ਸਤਿ ਸ਼੍ਰੀ ਅਕਾਲ ਜੀ। ਸ਼ਿਵ ਪੰਜਾਬੀ ਜਮਾਤ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਇੱਕ ਨਵੀਂ ਵੀਡੀਓ ਦੇ ਨਾਲ ਪੇਸ਼ ਹੋਏ ਹਾਂ ਤੁਹਾਡੇ ਸਾਹਮਣੇ। ਅਸੀਂ ਵਿਆਖਿਆ ਕਰ ਰਹੇ ਹਾਂ ਪਿਛਲੀ ਕੁਝ ਵੀਡੀਓਜ਼ ਤੋਂ, ਅਤੇ ਅੱਜ ਜੋ ਅਸੀਂ ਵਿਆਖਿਆ ਕਰਨ ਜਾ ਰਹੇ ਹਾਂ ਉਹ ਭਾਈ ਵੀਰ ਸਿੰਘ ਜੀ ਦੀ ਰਚਨਾ ਹੈ। ਤੁਸੀਂ ਦੇਖ ਹੀ ਸਕਦੇ ਹੋ। ਇਹ ਇੱਕ ਅਜਿਹੀ ਰਚਨਾ ਹੈ, ਇੱਕ ਅਜਿਹਾ ਕਾਵਿ ਟੋਟਾ ਹੈ ਜੋ 2 ਵਾਰ ਪੁੱਛਿਆ ਗਿਆ ਹੈ। ਇੱਕ ਤਾਂ 2019 ਦੇ ਵਿੱਚ ਜੋ ਪ੍ਰੀਖਿਆ ਹੋਈ ਸੀ, ਉਸ ਤੋਂ ਪਹਿਲਾਂ ਵੀ ਇਹ ਸਵਾਲ ਪੁੱਛਿਆ ਗਿਆ ਹੈ। ਹੁਣ ਤੁਹਾਡੇ ਮਨ 'ਚ ਸਵਾਲ ਆਏਗਾ, ਸਰ ਇਹ ਕਿਸ ਕਿਤਾਬ ਵਿੱਚੋਂ ਲਿਆ ਗਿਆ ਹੈ? BA1, BA2, 8ਵੀਂ 9ਵੀਂ 10ਵੀਂ 11ਵੀਂ 12ਵੀਂ। ਤਾਂ ਪੰਜਾਬੀ ਇਲੈਕਟਿਵ ਜਦੋਂ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਤੁਸੀਂ ਪੜ੍ਹਦੇ ਹੋ, ਉਸ ਦੀ ਕਿਤਾਬ ਦੇ ਵਿੱਚ ਦੂਜੇ ਪੰਨੇ ਉੱਤੇ ਵੈਰੀ ਨਾਗ ਤੇਰਾ ਪਹਿਲਾ ਝਲਕਾ ਹੈ। ਇਸ ਦਾ ਅਗਲਾ ਜੋ ਹਿੱਸਾ ਹੈ 4 ਸਤਰਾਂ ਹੋਰ ਹਨ, ਉਹ ਵੀ ਮੈਂ ਤੁਹਾਨੂੰ ਅੱਜ ਦੱਸੂਗਾ, ਤਾਂ ਕਿ ਜੇ ਅਧਿਆਪਕ ਚਾਹੇ ਇਸ ਤੋਂ ਅਗਲੀਆਂ ਜੋ 17 ਹਨ 4, ਉਸ ਦਾ ਅਨੁਵਾਦ ਤੁਹਾਨੂੰ ਪੁੱਛਣ ਦੀ ਕੋਸ਼ਿਸ਼ ਕਰੇ ਤਾਂ ਤੁਸੀਂ ਤਿਆਰ ਹੋਣੇ ਚਾਹੀਦੇ ਹੋ ਉਸ ਲਈ। ਉਹ ਵੀ ਮੈਂ ਤੁਹਾਨੂੰ ਦਿਖਾਊਂਗਾ, ਉਸ ਦਾ ਉੱਤਰ ਵੀ ਦੇਵਾਂਗਾ। ਤਾਂ ਸ਼ੁਰੂ ਕਰਦੇ ਹਾਂ ਜੀ। ਵਿਆਖਿਆ ਮੈਂ ਤੁਹਾਨੂੰ ਪਹਿਲੇ ਵੀ ਸਮਝਾਇਆ, ਜੇ ਪ੍ਰਸੰਗ ਸਹਿਤ ਵਿਆਖਿਆ ਲਿਖਦੇ ਹੋ ਤਾਂ ਤੁਸੀਂ 15 ਤੋਂ 17 ਸਤਰਾਂ ਭਰਨ ਦੀ ਕੋਸ਼ਿਸ਼ ਕਰੋ, 15 ਤੋਂ 17 ਲਾਈਨਸ, ਠੀਕ ਹੈ। ਜੇ ਤੁਸੀਂ ਸਿਰਫ ਵਿਆਖਿਆ ਹੀ ਲਿਖਦੇ ਹੋ ਤਾਂ 14 ਤੋਂ 17 ਸਤਰਾਂ ਵਧੀਆ ਹੁੰਦੀਆਂ ਹਨ। ਇਸ ਤੋਂ ਜੇ ਤੁਸੀਂ ਘੱਟ ਵਿਆਖਿਆ ਕਰੋਗੇ ਤਾਂ ਉਸ ਨਾਲ ਤੁਹਾਨੂੰ ਕੀ ਪਰੇਸ਼ਾਨੀ ਹੋ ਜਾਏਗੀ ਕਿ ਤੁਹਾਡੀ ਵਿਆਖਿਆ ਥੋੜੀ ਛੋਟੀ ਰਹਿ ਜਾਏਗੀ 5 ਅੰਕ ਦੇ ਸਵਾਲ ਲਈ। ਤੁਸੀਂ ਦੇਖੋ, ਸੰਖੇਪ ਰਚਨਾ ਵੀ ਤੁਹਾਨੂੰ 5 ਅੰਕ ਦਾ ਸਵਾਲ ਦਿੰਦਾ ਹੈ ਉਹ। ਤਾਂ ਸੰਖੇਪ ਰਚਨਾ ਦੇ ਵਿੱਚ 5 ਅੰਕ ਲੈ ਕੇ ਆਉਣ ਲਈ ਤੁਸੀਂ ਇੱਕ ਵੱਡੇ ਸਵਾਲ ਦੇ ਉੱਤੇ ਮਿਹਨਤ ਕਰਕੇ ਉਸ ਨੂੰ ਛੋਟਾ ਬਣਾਉਂਦੇ ਹੋ। ਉਸੇ ਤਰ੍ਹਾਂ ਜੇਕਰ ਇਹ ਤੁਹਾਨੂੰ ਸਵਾਲ ਆ ਗਿਆ ਵੈਰੀ ਨਾਗ ਤੇਰਾ ਪਹਿਲਾ ਝਲਕਾ ਜਦ ਅੱਖੀਆਂ ਵਿੱਚ ਵੱਜਦਾ, ਤਾਂ ਇਸ ਨੂੰ ਤੁਸੀਂ 3 ਗੁਣਾ ਕਿਉਂ ਨਹੀਂ ਲਿਖਦੇ ਘੱਟੋ ਘੱਟ, ਠੀਕ ਹੈ। ਇਹ 4 ਸਤਰਾਂ ਹਨ, ਇਸ ਦੀਆਂ ਘੱਟ ਤੋਂ ਘੱਟ 12 ਤਾਂ ਬਣਾਓ। 12 13 14 15 16 17 ਤੱਕ ਲੈ ਕੇ ਜਾਓ ਜੇ ਤੁਹਾਨੂੰ ਵਿਆਖਿਆ ਪਤਾ ਹੈ। ਇਸ ਚੀਜ਼ ਦਾ ਧਿਆਨ ਰੱਖਿਓ। ਇੱਕ ਵੀਡੀਓ ਮੈਂ ਕੱਲ ਵੀ ਬਣਾਈ ਸੀ, ਜੇ ਤੁਸੀਂ ਅੱਜ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਅੱਖਰਾਂ ਦੀ ਬਣਤਰ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਮਾਤਰਾਵਾਂ ਕਿਸ ਤਰ੍ਹਾਂ ਪ੍ਰਯੋਗ ਹੁੰਦੀਆਂ ਹਨ, ਉਹ ਤੁਸੀਂ ਉਸ ਵਿੱਚ ਦੇਖ ਸਕਦੇ ਹੋ। ਇਸ ਦੀ ਵਿਆਖਿਆ ਮੈਂ ਸ਼ੁਰੂ ਕਰਦਾ। ਜੇਕਰ ਤੁਹਾਨੂੰ ਕਵੀ ਅਤੇ ਕਵਿਤਾ ਦਾ ਨਾਮ ਪਤਾ ਹੈ, ਹੁਣ ਤੱਕ ਮੈਂ ਤੁਹਾਨੂੰ ਪ੍ਰਸੰਗ ਨਹੀਂ ਲਿਖਵਾਇਆ ਪਹਿਲੀਆਂ ਵੀਡੀਓਜ਼ ਦੇ ਵਿੱਚ, ਅੱਜ ਪਹਿਲੀ ਵਾਰ ਮੈਂ ਪ੍ਰਸੰਗ ਵੀ ਲਿਖਵਾਉਂਗਾ ਇਸ ਦਾ। ਤੇ ਇਹ ਕਵਿਤਾ ਤੁਹਾਡੀ 11ਵੀਂ ਜਮਾਤ ਦੀ ਇਲੈਕਟਿਵ ਜੋ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਤੁਹਾਡਾ ਭਾਸ਼ਾ ਦਾ ਜੋ ਵਿਸ਼ਾ ਹੈ, ਸਬਜੈਕਟ ਹੈ, ਉਸ ਦੇ ਵਿੱਚ ਤੁਹਾਨੂੰ ਪਹਿਲੇ ਕਵੀ ਭਾਈ ਵੀਰ ਸਿੰਘ ਜੀ ਮਿਲਦੇ ਹਨ। ਉੱਥੇ ਤੁਹਾਨੂੰ ਇਹ ਮਿਲ ਜਾਏਗਾ। ਤਾਂ ਅੱਜ ਪ੍ਰਸੰਗ ਤੋਂ ਸ਼ੁਰੂ ਕਰਦੇ ਹਾਂ ਜੀ। ਪ੍ਰਸੰਗ ਮੈਂ ਅੱਜ ਇਸ ਢੰਗ ਨਾਲ ਲਿਖੂੰਗਾ ਜਿਸ ਤਰੀਕੇ ਨਾਲ ਮੈਂ ਆਪਣੇ ਵਿਦਿਆਰਥੀਆਂ ਨੂੰ ਜਮਾਤ ਵਿੱਚ ਪੜ੍ਹਾਉਂਦਾ ਹਾਂ, ਠੀਕ ਹੈ। ਆਪਣੇ ਵਿਦਿਆਰਥੀਆਂ ਨੂੰ ਮੈਂ ਰਸ ਅਲੰਕਾਰ ਵੀ ਕਰਵਾਉਣਾ, ਤੁਸੀਂ ਅੱਜ ਦੇਖੋਗੇ ਨਵੀਆਂ ਨਵੀਆਂ ਚੀਜ਼ਾਂ। ਤਾਂ ਪ੍ਰਸੰਗ ਕੀ ਹੈ ਜੀ? ਤੇ ਤੁਹਾਨੂੰ ਮੈਂ ਚਲੋ ਸ਼ੁਰੂ ਤੋਂ ਹੀ ਕਰਵਾ ਦਿੰਦਾ ਕਿਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਕੀ ਹੁੰਦਾ ਹੈ, ਤੁਹਾਨੂੰ ਦੱਸਿਆ ਸੀ ਮੈਂ, ਜੋ ਇਸ ਦੇ ਮੁੱਖ ਸ਼ਬਦ ਹਨ, ਕੀਵਰਡਸ, ਉਹਨਾਂ ਨੂੰ ਅੰਡਰਲਾਈਨ ਕਰ ਲਓ, ਉਲੀਕ ਲਓ, ਠੀਕ ਹੈ। ਠੀਕ ਹੈ, ਇਹਨਾਂ ਸ਼ਬਦਾਂ ਦਾ ਜ਼ਿਕਰ ਤੁਹਾਡੀ ਵਿਆਖਿਆ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਇਹਨਾਂ ਦੇ ਸਮਾਨਾਰਥਕ ਸ਼ਬਦਾਂ ਦਾ ਪ੍ਰਯੋਗ ਕਰ ਸਕਦੇ ਹੋ ਆਪਣੀ ਵਿਆਖਿਆ ਨੂੰ ਬਿਹਤਰ ਤਰੀਕੇ ਨਾਲ ਸਮਝਾਉਣ ਲਈ। ਜਿਸ ਤਰ੍ਹਾਂ ਡਲਕ ਹੈ, ਹੁਣ ਡਲਕ ਸ਼ਬਦ ਦਾ ਅਰਥ ਹਰ ਕਿਸੇ ਨੂੰ ਨਹੀਂ ਪਤਾ, ਠੀਕ ਹੈ। ਤਾਂ ਉਹ ਤੁਸੀਂ ਵਿਆਖਿਆ ਦੇ ਵਿੱਚ ਸਮਾਨਾਰਥਕ ਸ਼ਬਦ ਲਿਖੋ। ਡਲਕ ਵੀ ਲਿਖ ਸਕਦੇ ਹੋ, ਕੋਈ ਚਿੰਤਾ ਵਾਲੀ ਗੱਲ ਨਹੀਂ। ਤੁਹਾਨੂੰ ਨਹੀਂ ਪਤਾ ਡਲਕ ਕੀ ਹੈ, ਤੁਸੀਂ ਡਲਕ ਵੀ ਲਿਖ ਸਕਦੇ ਹੋ, ਉਹ ਵੀ ਮੈਂ ਪੜਾਉਂਗਾ। ਤਾਂ ਪਹਿਲਾਂ ਕੀਵਰਡ ਤੁਸੀਂ ਅੰਡਰਲਾਈਨ ਕੀਤੇ, ਉਲੀਕ ਲਏ। ਉਸ ਤੋਂ ਬਾਅਦ ਪਹਿਲਾ ਪ੍ਰਸੰਗ ਹੈ। ਪ੍ਰਸੰਗ ਦੇ ਵਿੱਚ ਕਦੇ ਵੀ ਵਿਆਖਿਆ ਸ਼ੁਰੂ ਨਾ ਕਰੋ। ਕੁਝ ਵਿਦਿਆਰਥੀ ਜਲਦਬਾਜ਼ੀ 'ਚ ਕੀ ਗਲਤੀ ਕਰਦੇ ਹਨ, ਵਿਆਖਿਆ ਹੀ ਪ੍ਰਸੰਗ ਵਿੱਚ ਲਿਖਣੀ ਸ਼ੁਰੂ ਕਰ ਦਿੰਦੇ ਹਨ ਤਾਂ ਕਿ ਪ੍ਰਸੰਗ ਥੋੜਾ ਵੱਡਾ ਹੋ ਜਾਏ, ਬਾਅਦ ਵਿੱਚ ਫਿਰ ਤੋਂ ਦੁਬਾਰਾ ਲਿਖ ਦਿੰਦੇ ਹਨ। ਉਹ ਗਲਤੀ ਕਿਰਪਾ ਕਰਕੇ ਨਾ ਕਰੋ, ਠੀਕ ਹੈ। ਤਾਂ ਪ੍ਰਸੰਗ ਦੇ ਵਿੱਚ ਤੁਸੀਂ ਕਿਵੇਂ ਲਿਖੋਗੇ? ਇਹ ਕਾਵਿ ਟੋਟਾ ਭਾਈ ਵੀਰ ਸਿੰਘ ਜੀ ਨਾਲ ਲਿਖਿਓ ਕਿਰਪਾ ਕਰਕੇ। ਭਾਈ ਵੀਰ ਸਿੰਘ ਜੀ ਦੀ ਰਚਨਾ ਦਾ ਨਾਮ ਮੈਂ ਤੁਹਾਨੂੰ ਪਹਿਲੇ ਦੱਸਿਆ ਸੀ। ਹੋ ਸਕੇ ਤਾਂ ਕਵੀ ਦਾ ਨਾਮ ਜੇ ਤੁਹਾਨੂੰ ਪਤਾ ਹੈ ਇਸ ਤਰ੍ਹਾਂ ਲਿਖੋ, ਚਿੰਨ੍ਹਾਂ ਦਾ ਪ੍ਰਯੋਗ ਕਰੋ, ਤੇ ਇਨਵਰਟਡ ਕੋਮਾ ਜਿਸ ਨੂੰ ਤੁਸੀਂ ਅੰਗਰੇਜ਼ੀ ਭਾਸ਼ਾ ਦੇ ਵਿੱਚ ਆਖਦੇ ਹੋ ਉਲਟੇ ਕਾਮੇ, ਉਹਨਾਂ ਦਾ ਵੀ ਕਿਰਪਾ ਕਰਕੇ ਪ੍ਰਯੋਗ ਕਰੋ ਜਦੋਂ ਤੁਸੀਂ ਰਚਨਾ ਲਿਖੋ, ਤਾਂ ਕਿ ਅਧਿਆਪਕ ਦਾ ਧਿਆਨ ਜਾਵੇ ਰਚਨਾ ਵੱਲ ਤੇ ਉਸ ਨੂੰ ਪਤਾ ਲੱਗੇ ਹਾਂ ਵਿਦਿਆਰਥੀ ਨੂੰ ਰਚਨਾ ਦਾ ਪਤਾ ਹੈ। ਵੈਰੀ ਨਾਗ ਤੇਰਾ ਪਹਿਲਾ ਝਲਕਾ, ਠੀਕ ਹੈ। ਤੁਸੀਂ ਸਿਰਫ ਵੈਰੀ ਨਾਗ ਵੀ ਲਿਖ ਸਕਦੇ ਹੋ, ਮੈਂ ਪੂਰਾ ਲਿਖਤਾ ਵੈਰੀ ਨਾਗ ਤੇਰਾ ਪਹਿਲਾ ਝਲਕਾ।
ਵਿੱਚੋਂ ਲਿਆ ਗਿਆ ਹੈ। ਇਸ ਕਾਵ ਟੋਟੇ ਵਿੱਚ ਭਾਈ ਜੀ ਨੇ ਹੁਣ ਦੇਖੋ ਵੇਖ ਵੇਖ ਸ਼ਬਦ ਅਲੰਕਾਰ ਕੀ ਹੁੰਦੇ ਹਨ? ਜਦੋਂ ਕੋਈ ਇੱਕ ਸ਼ਬਦ ਕਿਸੇ ਕਾਵ ਟੋਟੇ ਵਿੱਚ ਇਕੱਠਿਆਂ ਹੀ ਦੋ ਵਾਰ ਲਿਖਿਆ ਹੋਵੇ ਤੁਸੀਂ ਉਸ ਨੂੰ ਅਨੁਪ੍ਰਾਸ ਅਲੰਕਾਰ ਆਖ ਸਕਦੇ ਹੋ। ਇਸ ਨੂੰ ਨੋਟ ਕਰ ਲਓ ਆਪਣੀ ਨੋਟਬੁੱਕ ਦੇ ਟੌਪ ਦੇ ਉੱਤੇ। ਕੋਈ ਵੀ ਕਾਵ ਟੋਟਾ ਹੋਵੇ ਜਦੋਂ ਕੋਈ ਇੱਕ ਸ਼ਬਦ ਦੋ ਵਾਰੀ ਇਕੱਠੇ ਲਿਖਿਆ ਹੋਵੇ ਤਾਂ ਉਸ ਨੂੰ ਆਖਦੇ ਹਾਂ ਅਨੁਪ੍ਰਾਸ ਅਲੰਕਾਰ। ਤਾਂ ਹੁਣ ਮੈਂ ਜੋ ਲਿਖਣ ਜਾ ਰਿਹਾ ਹਾਂ ਤੁਹਾਨੂੰ ਸਮਝ ਆਏਗਾ ਮੈਂ ਕੀ ਲਿਖ ਰਿਹਾ। ਇਸ ਕਾਵ ਟੋਟੇ ਵਿੱਚ ਭਾਈ ਜੀ ਨੇ ਵੇਖ ਵੇਖ ਸ਼ਬਦ ਰਾਹੀਂ ਅਨੁਪ੍ਰਾਸ ਅਲੰਕਾਰ ਦਾ ਪ੍ਰਯੋਗ ਕੀਤਾ ਹੈ ਅਤੇ ਇਸ ਨੂੰ ਪੜ੍ਹ ਕੇ ਅਦਭੁਤ ਰਸ ਦਾ ਭਾਵ ਪੈਦਾ ਹੁੰਦਾ ਹੈ। ਹੁਣ ਤੁਹਾਡੇ ਦਿਮਾਗ ਦੇ ਵਿੱਚ ਅੱਜ ਦੋ ਸਵਾਲ ਆਣਗੇ ਕਿ ਸਰ ਰਸ ਤੇ ਅਲੰਕਾਰ ਕੀ ਹੈ? ਤੁਸੀਂ ਗੂਗਲ ਵੀ ਕਰ ਸਕਦੇ ਹੋ। ਰਸ ਕੀ ਹੁੰਦਾ ਹੈ? ਕੋਈ ਵੀ ਤੁਸੀਂ ਕਾਵ ਟੋਟਾ ਪੜੋ ਤੁਹਾਡੇ ਮਨ ਦੇ ਵਿੱਚ ਭਾਵ ਪੈਦਾ ਹੋਏਗਾ। ਗੁਰਬਾਣੀ ਪੜੋਗੇ ਭਗਤੀ ਭਾਵ ਤਾਂ ਉਹ ਭਗਤੀ ਰਸ। ਤੁਸੀਂ ਕੁਦਰਤ ਦੀ ਤਾਰੀਫ ਪੜੋਗੇ ਅਦਭੁਤ ਰਸ। ਹੈਰਾਨੀ ਹੁੰਦੀ ਹੈ ਕੁਦਰਤ ਨੂੰ ਜਿੰਨਾ ਜਾਣੋਗੇ ਉਨੀ ਜ਼ਿਆਦਾ ਹੈਰਾਨੀ ਹੋਏਗੀ ਤੁਹਾਨੂੰ ਦੁਨੀਆ ਬਾਰੇ। ਕੋਈ ਇਸ਼ਕ ਦੀ ਗੱਲ ਹੋ ਰਹੀ ਹੈ, ਇਸ਼ਕ ਹਕੀਕੀ ਦੀ ਗੱਲ ਹੋ ਰਹੀ ਹੈ, ਸ਼ਿੰਗਾਰ ਰਸ। ਕੋਈ ਦੋ ਆਸ਼ਿਕ ਵਿਛੜ ਜਾਣ ਜਿਵੇਂ ਹੀਰ ਰਾਂਝਾ ਦੇ ਵਿੱਚ ਵੀ ਹੁੰਦਾ ਹੈ, ਤੁਹਾਡਾ ਸੱਸੀ ਪੁੰਨੂ ਦੇ ਵਿੱਚ ਹੁੰਦਾ ਹੈ। ਜਦੋਂ ਵਿਛੜ ਜਾਂਦੇ ਹਨ ਉਸ ਵੇਲੇ ਜਦੋਂ ਵਿਛੋੜੇ ਦਾ ਦੁੱਖ ਹੈ ਉਸ ਲਈ ਬਿਰਹਾ ਰਸ ਦਾ ਪ੍ਰਯੋਗ ਹੁੰਦਾ ਹੈ। ਮੈਂ ਤੁਹਾਨੂੰ ਚਾਰ ਰਸ ਮੋਟੇ-ਮੋਟੇ ਤੌਰ ਤੇ ਦੱਸਦੇ ਜਿਨ੍ਹਾਂ ਦਾ ਪ੍ਰਯੋਗ 70 ਤੋਂ 80% ਕਾਵ ਟੋਟਿਆਂ ਦੇ ਵਿੱਚ ਹੋਵੇਗਾ। ਤਾਂ ਇਸ ਤਰੀਕੇ ਨਾਲ ਤੁਸੀਂ ਰਸ ਅਤੇ ਅਲੰਕਾਰ ਲਿਖ ਕੇ ਵੀ ਕੁਝ ਵਧੀਆ ਲਿਖ ਸਕਦੇ ਹੋ ਆਪਣੀ ਵਿਆਖਿਆ ਨੂੰ, ਪ੍ਰਸੰਗ ਨੂੰ। ਇਸ ਤੋਂ ਬਾਅਦ ਲਿਖਣਾ ਹੈ ਇਹਨਾਂ ਸਤਰਾਂ ਵਿੱਚ ਕਵੀ ਨੇ ਕੁਦਰਤ ਦੀ ਸੁੰਦਰਤਾ ਨੂੰ ਬਿਆਨ ਕਰਨ ਦੀ ਹੁਣੇ ਦੇਖੋ ਸਿਹਾਰੀ ਗਲਤ ਲਿਖੀ ਹੋਈ ਹੈ। ਕੱਲ ਮੈਂ ਇਸ ਵੀਡੀਓ ਵਿੱਚ ਤੁਹਾਨੂੰ ਸਮਝਾਇਆ ਸੀ ਜੇ ਤੁਸੀਂ ਇਸ ਤਰ੍ਹਾਂ ਲਿਖਦੇ ਹੋ ਵਿੱਚ ਕੋਈ ਲਿਖ ਦਿਓ ਕੋਈ ਚਿੰਤਾ ਨਹੀਂ ਹੈ, ਪਰ ਹਾਂ ਸਾਰੀਆਂ ਸਿਹਾਰੀਆਂ ਗਲਤ ਨਾ ਲਿਖੋ ਤਾਂ ਕਿ ਤੁਹਾਡੀ ਪਹਿਲੀ ਸਿਹਾਰੀ ਦੇਖ ਕੇ ਹੀ ਉਹ ਤੁਹਾਨੂੰ ਘੱਟ ਅੰਕ ਦੇਵੇ। ਠੀਕ ਹੈ, ਮੈਨੂੰ ਉਮੀਦ ਹੈ ਜਿਨ੍ਹਾਂ ਨੇ ਮੇਰੀ ਕੱਲ ਵੀਡੀਓ ਦੇਖੀ ਸੀ ਉਹਨਾਂ ਨੇ ਇਸ ਚੀਜ਼ ਨੂੰ ਪਹਿਲਾਂ ਦੇਖਿਆ ਹੋਵੇਗਾ, ਉਹਨਾਂ ਦੇ ਮਨ 'ਚ ਆਇਆ ਹੋਵੇਗਾ ਕਿ ਸਰ ਗਲਤ ਲਿਖ ਰਹੇ ਹਨ। ਜੇ ਨਹੀਂ ਆਇਆ ਤਾਂ ਕੱਲ ਵਾਲੀ ਵੀਡੀਓ ਦੇਖਣ ਦਾ ਕੋਈ ਫਾਇਦਾ ਨਹੀਂ ਹੈ, ਦੁਬਾਰਾ ਦੇਖੋ। ਠੀਕ ਹੈ, ਸਿਹਾਰੀ ਜਾਂ ਬਿਹਾਰੀ ਅੱਖਰ ਦੇ ਬਿਲਕੁਲ ਉੱਪਰ ਨਹੀਂ ਆਣੀ ਚਾਹੀਦੀ ਹੈ। ਜਿਵੇਂ ਆ ਦੀ ਬਿਲਕੁਲ ਠੀਕ ਲਿਖਿਆ ਹੈ, ਵਿੱਚੋਂ ਵੀ ਸਿਹਾਰੀ ਪਹਿਲਾਂ ਖਤਮ ਹੋ ਰਹੀ ਹੈ, ਪਹਿਲਾਂ ਤੋਂ ਵੀ ਥੋੜੀ ਅੱਗੇ ਹੈ, ਪਰ ਹਾਂ ਅੱਖਰ ਦੇ ਬਿਲਕੁਲ ਅਲੱਗ ਅੱਗੇ ਨਾ ਚਲੀ ਜਾਵੇ। ਜਿਵੇਂ ਭਾਈ ਦੇਖੋ, ਠੀਕ ਹੈ, ਬਿਹਾਰੀ ਸਿਹਾਰੀ ਬਿਹਾਰੀ ਦਾ ਵੀ ਧਿਆਨ ਰੱਖਣਾ ਹੈ। ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਠੀਕ ਹੈ, ਇਸ ਤਰੀਕੇ ਨਾਲ ਤੁਸੀਂ ਪ੍ਰਸੰਗ ਲਿਖ ਸਕਦੇ ਹੋ। ਤਾਂ ਪ੍ਰਸੰਗ ਨੂੰ ਜੇ ਮੈਂ 4-5 ਹਿੱਸਿਆਂ ਦੇ ਵਿੱਚ ਵੰਡਣ ਦੀ ਕੋਸ਼ਿਸ਼ ਕਰਾਂ, ਸਭ ਤੋਂ ਪਹਿਲਾਂ ਕਵੀ, ਉਸ ਤੋਂ ਬਾਅਦ ਕਵਿਤਾ ਦਾ ਨਾਮ। ਤੁਹਾਨੂੰ ਰਸ ਅਲੰਕਾਰ ਪਤਾ ਹੈ, ਜ਼ਰੂਰ ਲਿਖੋ, ਤੁਹਾਨੂੰ ਵਧੀਆ ਅੰਕ ਮਿਲਣਗੇ। ਉਸ ਤੋਂ ਬਾਅਦ 1-2 ਸਤਰਾਂ ਲਿਖੋ ਜੋ ਇਸ ਕਾਵ ਟੋਟੇ ਦਾ ਨਿਚੋੜ ਹੈ। ਠੀਕ ਹੈ, ਵਿਆਖਿਆ ਕਰਨੀ ਸ਼ੁਰੂ ਪ੍ਰਸੰਗ ਵਿੱਚ ਨਾ ਕਰੋ, ਕਿਉਂਕਿ ਜੇ ਤੁਸੀਂ ਇਹ ਗਲਤੀ ਕੀਤੀ ਅਧਿਆਪਕ ਨੂੰ ਲੱਗੇਗਾ ਤੁਸੀਂ ਉਸ ਦਾ ਸਮਾਂ ਖਰਾਬ ਕਰ ਰਹੇ ਹੋ। ਪਹਿਲਾਂ ਤੁਸੀਂ ਉਹੀ ਗੱਲ ਪ੍ਰਸੰਗ 'ਚ ਲਿਖੀ, ਫਿਰ ਵਿਆਖਿਆ ਦੇ ਵਿੱਚ ਦੁਬਾਰਾ ਉਹੀ ਚੀਜ਼ ਲਿਖਤੀ। ਠੀਕ ਹੈ, ਤਾਂ ਅਧਿਆਪਕ ਨੂੰ ਕੀ ਲੱਗੇਗਾ ਕਿ ਬੱਚਾ ਜ਼ਿਆਦਾ ਨੰਬਰ ਪ੍ਰਾਪਤ ਕਰਨ ਦੇ ਚੱਕਰ ਦੇ ਵਿੱਚ, ਜ਼ਿਆਦਾ ਅੰਕ ਪ੍ਰਾਪਤ ਕਰਨ ਦੇ ਲਾਲਚ ਦੇ ਵਿੱਚ ਕਈ ਗੱਲਾਂ ਨੂੰ ਤਾਂ ਬਾਰ-ਬਾਰ ਲਿਖੇਗਾ ਲੇਖ ਦੇ ਵਿੱਚ ਜਾ ਕੇ ਵੀ। ਠੀਕ ਹੈ, ਫਿਰ ਉਹ ਲੇਖ 'ਚ ਵੀ ਘੱਟ ਨੰਬਰ ਦੇਗਾ ਤੁਹਾਨੂੰ, ਇਸ ਚੀਜ਼ ਦਾ ਧਿਆਨ ਰੱਖ ਕੇ। ਤਾਂ ਉਮੀਦ ਹੈ ਤੁਹਾਨੂੰ ਪ੍ਰਸੰਗ ਸਮਝ ਆਇਆ ਕਿਸ ਤਰ੍ਹਾਂ ਲਿਖਣਾ ਹੈ। ਤੁਸੀਂ ਇਸ ਦਾ ਸਕਰੀਨਸ਼ਾਟ ਲੈ ਸਕਦੇ ਹੋ ਜਾਂ ਇਸ ਵੀਡੀਓ ਨੂੰ ਰੋਕ ਕੇ ਲਿਖ ਸਕਦੇ ਹੋ। ਮੇਰੀ ਵੀਡੀਓ ਕਦੇ ਵੀ ਦੇਖੋ, ਕੋਸ਼ਿਸ਼ ਕਰੋ ਨਾਲ-ਨਾਲ ਲਿਖਣ ਦੀ। ਠੀਕ ਹੈ,
ਕਿਉਂਕਿ ਜੇ ਤੁਸੀਂ ਲਿਖੋਗੇ ਤੁਹਾਡੇ ਸਮੇਂ ਦਾ 100% ਤੁਹਾਨੂੰ ਫਾਇਦਾ ਮਿਲੇਗਾ, 100% ਇਫੈਕਟਿਵਨੈਸ। ਠੀਕ ਹੈ, ਜੇ ਤੁਸੀਂ ਨਹੀਂ ਕਰ ਰਹੇ ਹੋ ਤਾਂ ਤੁਹਾਨੂੰ ਫਾਇਦਾ ਤਾਂ ਮਿਲੇਗਾ ਪਰ ਬਹੁਤ ਜ਼ਿਆਦਾ ਨਹੀਂ। ਠੀਕ ਹੈ, ਜਿਵੇਂ ਇਸ ਦੇ ਵਿੱਚ ਤੁਸੀਂ ਹੁਣ ਦੇਖੋਗੇ, ਪਹਿਲਾਂ ਤੁਸੀਂ ਸ਼ਾਇਦ ਕੋਈ ਸ਼ਬਦ ਗਲਤ ਲਿਖ ਰਹੇ ਹੋ, ਰਾਹੀ ਦੇ ਵਿੱਚ ਬਿੰਦੀ ਨਾ ਪਾ ਰਹੇ ਹੋ, ਇਹਨਾਂ ਇਸ ਤਰ੍ਹਾਂ ਲਿਖਿਆ ਜਾਂਦਾ ਹੈ, ਤਾਂ ਉਹ ਤੁਹਾਡੀਆਂ ਗਲਤੀਆਂ ਮੇਰੇ ਨਾਲ ਲਿਖਦੇ ਲਿਖਦੇ ਹੀ ਠੀਕ ਹੋ ਜਾਣਗੀਆਂ। ਠੀਕ ਹੈ, ਤਾਂ ਵਿਆਖਿਆ ਕਰਦੇ ਹਾਂ ਜੀ ਹੁਣ ਇਸ ਨੂੰ ਮੈਂ ਮਿਟਾ ਰਿਹਾ। व्याख्या किस तरह करनी है जी, इसकी व्याख्या शुरू करते हैं हम। ठीक है, व्याख्या लिखते हैं। इन्ना काव्य सत्रा विच ਇਹਨਾਂ ਕਾਵਿ ਸਤਰਾਂ ਵਿੱਚ ਭਾਈ ਵੀਰ ਸਿੰਘ ਜੀ ਨੇ, ਹੁਣ ਇਸ ਤੋਂ ਬਾਅਦ ਲਿਖਣ ਵਾਲੇ ਵਿਦਿਆਰਥੀ ਦੋ ਤਰ੍ਹਾਂ ਦੇ ਹੋਣਗੇ। ਅੱਧੇ ਵਿਦਿਆਰਥੀਆਂ ਨੂੰ ਕੀ ਲੱਗਦਾ ਹੈ, ਜੋ ਪਹਿਲੀ ਵਾਰ ਇਸ ਕਾਵਿ ਟੋਟੇ ਨੂੰ ਪੜ੍ਹਦੇ ਹਨ ਅਤੇ ਪੰਜਾਬੀ ਜਾਣਦੇ ਹਨ ਪੜ੍ਹਨਾ, ਉਹਨੂੰ ਲੱਗਦਾ ਹੈ ਵੈਰੀ ਨਾਗ ਕਿਸੇ ਪ੍ਰੇਮਿਕਾ ਨੇ ਆਪਣੇ ਪ੍ਰੇਮੀ ਨੂੰ ਕਿਹਾ ਹੈ। ਠੀਕ ਹੈ, ਤਾਂ ਉਹ ਵਿਆਖਿਆ ਇਸ ਤਰ੍ਹਾਂ ਸ਼ੁਰੂ ਕਰ ਦਿੰਦੇ ਹਨ। ਕਵੀ ਜੀ ਆਖ ਰਹੇ ਹਨ ਕਿ ਜਦੋਂ ਉਹਨਾਂ ਨੇ ਪਹਿਲੀ ਵਾਰ ਪਰਮਾਤਮਾ ਨੂੰ ਦੇਖਿਆ ਜਾਂ ਪ੍ਰੇਮਿਕਾ ਨੇ ਪਹਿਲੀ ਵਾਰ ਆਪਣੇ ਪ੍ਰੇਮੀ ਨੂੰ ਦੇਖਿਆ ਤਾਂ ਉਸ ਨੂੰ ਦੇਖ ਕੇ ਉਸਦੇ ਦਿਲ ਵਿੱਚ ਡੰਗ ਵੱਜਿਆ। ਕੁਝ ਇਸ ਤਰ੍ਹਾਂ ਦੀ ਵਿਆਖਿਆ ਪੜ੍ਹ ਕੇ ਕਈ ਵਾਰ ਹਾਸਰਸ ਪੈਦਾ ਹੋ ਜਾਂਦਾ ਹੈ, ਤੁਸੀਂ ਯਕੀਨ ਨਹੀਂ ਕਰੋਗੇ। ਤਾਂ ਵੈਰੀ ਨਾਗ ਹੈ ਕਿ ਵੈਰੀ ਨਾਗ ਕਸ਼ਮੀਰ ਵਿੱਚ ਸਥਿਤ ਇੱਕ ਚਸ਼ਮੇ ਦਾ ਨਾਮ ਹੈ, ਪਾਣੀ ਦਾ ਚਸ਼ਮਾ ਹੁੰਦਾ ਹੈ। ਠੀਕ ਹੈ, ਗੂਗਲ ਕਰ ਲਓ ਚਸ਼ਮਾ ਕੀ ਹੁੰਦਾ ਹੈ। ਤਾਂ ਉਸ ਚਸ਼ਮੇ ਦੀ ਖੂਬਸੂਰਤੀ ਨੂੰ ਵੇਖ ਕੇ ਭਾਈ ਵੀਰ ਸਿੰਘ ਜੀ ਨੇ ਸਤਰਾਂ ਲਿਖੀਆਂ ਸਨ। ਠੀਕ ਹੈ, ਤੇ ਵੈਰੀ ਨਾਗ ਇੱਥੋਂ ਦੋ ਤਰ੍ਹਾਂ ਦੇ ਵਿਦਿਆਰਥੀ ਸ਼ੁਰੂ ਕਰਨਗੇ ਵਿਆਖਿਆ। ਜੋ ਪਹਿਲੀ ਸ਼੍ਰੇਣੀ ਦੇ ਹਨ ਜਿਨ੍ਹਾਂ ਨੇ ਵੈਰੀ ਨਾਗ ਕਿਸੇ ਮਨੁੱਖ ਨੂੰ ਜਾਂ ਫਿਰ ਪਰਮਾਤਮਾ ਨੂੰ ਸਮਝਣ ਦੀ ਗਲਤੀ ਕੀਤੀ, ਉਹਨਾਂ ਨੂੰ ਕੋਈ ਅੰਕ ਨਹੀਂ ਮਿਲੇਗਾ ਇਸ ਦੇ ਵਿੱਚ। ਹੋ ਸਕਦਾ ਹੈ ਪ੍ਰਸੰਗ ਦੇਖ ਕੇ ਤੁਹਾਨੂੰ 1 ਜਾਂ 1.5 ਅੰਕ ਦੇ ਦੇਵੇ। ਠੀਕ ਹੈ, ਇਸ ਤੋਂ ਜ਼ਿਆਦਾ ਨਹੀਂ। ਤਾਂ ਵਿਆਖਿਆ ਜੇ ਦੁਬਾਰਾ ਆਏ ਸਵਾਲ ਇਹ, ਤਾਂ ਵੈਰੀ ਨਾਗ ਦਾ ਅਰਥ ਇੱਕ ਚਸ਼ਮੇ ਦਾ ਨਾਮ ਹੈ ਜੋ ਕਸ਼ਮੀਰ ਵਿੱਚ ਹੈ। ਠੀਕ ਹੈ, ਭਾਈ ਜੀ ਨੇ कश्मीर विच स्थित पानी दे चश्मे वैरी नाग, ठीक है, पानी दे चश्मे वैरी नाग दी खूबसूरती नूं बयान कीता है। ठीक है, तो इन्हां काव्य सतरां विच भाई वीर सिंह जी ने कश्मीर विच स्थित पानी दे चश्मे, इस तो बाद कोमा आएगा जी, वैरी नाग दी खूबसूरती नूं बयान कीता है। इस तरह लिखोगे, वो दो लाइनां पढ़ के अध्यापक समझ जाएगा कि तुहानूं पता है कित्थों लिया गया है ते भाई वीर सिंह जी किस दी तारीफ कर रहे हैं। इस तो बाद तो शायद ना भी पढ़े, क्यों? क्योंकि अध्यापक कोल समा नहीं है, वो पूरी आंसर शीट चैक करेगा तुहाडी, ते हुंदा भी है नहीं इस तरह। मैं भी मॉक टेस्ट देखदा हां, ਅਸੀਂ ਕੀ ਦੇਖਦੇ ਹਾਂ ਬੱਚੇ ਦੀ ਹੈਂਡ ਰਾਈਟਿੰਗ ਸਭ ਤੋਂ ਪਹਿਲਾਂ ਕੱਲ੍ਹ ਵੀ ਦੱਸਿਆ ਸੀ, ਫਿਰ ਅੱਖਰਾਂ ਦੀ ਬਣਾਵਟ, ਫਿਰ ਕੋਸ਼ਿਸ਼ ਕਰਦੇ ਹਾਂ 3-4 ਸਤਰਾਂ ਪੜ੍ਹੀਏ। ਜੇ ਵਿਦਿਆਰਥੀ ਕੋਈ ਗਲਤੀ ਨਹੀਂ ਕਰ ਰਿਹਾ, ਸਹੀ ਲਿਖ ਰਿਹਾ ਹੈ, ਫਿਰ ਠੀਕ ਹੈ, मतलब उसने अच्छा ही लिखा है। ठीक है, खूबसूरती ਨੂੰ ਬਿਆਨ ਕੀਤਾ ਹੈ। ਉਸ ਤੋਂ ਬਾਅਦ ਹੁਣ ਮੁੱਖ ਸ਼ਬਦ ਕੀਵਰਡਸ ਲਿਖਦੇ ਆ। ਜਦੋਂ ਭਾਈ ਜੀ ਨੇ इस चश्मे नूं पहली बार देखा तां झलका देखा। ठीक है, उन्हां दियां अखां
ਇਸ ਦੀ ਸੁੰਦਰਤਾ ਨੂੰ ਵੇਖ ਕੇ ਕੀ ਲਿਖ ਸਕਦੇ ਹਾਂ। ਇਸ ਮੈਂ ਵਿਆਖਿਆ ਹਮੇਸ਼ਾ ਮੈਂ ਕੋਸ਼ਿਸ਼ ਕਰਦਾ ਨਵੀਂ ਬਣਾਵਾਂ, ਕੋਈ ਰੱਟੇ ਵਾਲਾ ਕੰਮ ਨਹੀਂ ਹੈ। ਤਾਂ ਇਸ ਤੋਂ ਬਾਅਦ ਇੱਕ ਵਰਡ ਸ਼ਬਦ ਹੈ ਕਿ ਜਦੋਂ ਭਾਈ ਜੀ ਨੇ ਇਸ ਚਸ਼ਮੇ ਨੂੰ ਪਹਿਲੀ ਵਾਰ ਦੇਖਿਆ ਤਾਂ ਉਹਨਾਂ ਦੀ ਅੱਖਾਂ ਇਸ ਦੀ ਸੁੰਦਰਤਾ ਨੂੰ ਵੇਖ ਕੇ ਚਮਕ ਨਾਲ ਭਰ ਗਈਆਂ। ਠੀਕ ਹੈ, ਚਮਕ ਨਾਲ ਭਰ ਗਈਆਂ। ਤੁਹਾਡੇ ਨਾਲ ਵੀ ਇਸ ਤਰ੍ਹਾਂ ਹੁੰਦਾ ਹੋਵੇਗਾ ਜਦੋਂ ਤੁਸੀਂ ਵਿਆਖਿਆ ਕਰਦੇ ਹੋ ਨਾ, ਵਿਆਖਿਆ ਕਰਦੇ ਕਰਦੇ ਹੁੰਦਾ ਕਿ ਹੁਣ ਅਸੀਂ ਕਟਿੰਗ ਨਹੀਂ ਕਰ ਸਕਦੇ। ਤਾਂ ਜੇ ਮੈਂ ਇਸ ਲਾਈਨ ਨੂੰ ਬਦਲ ਕੇ ਲਿਖਣਾ ਹੁੰਦਾ ਨਾ ਤਾਂ ਮੈਂ ਸ਼ਾਇਦ ਚਮਕ ਨਾ ਲਿਖਦਾ, ਕੁਝ ਹੋਰ ਵੀ ਲਿਖ ਸਕਦਾ ਸੀ। ਪਰ ਹੁਣ ਜੇ ਇਸ ਤਰ੍ਹਾਂ ਦਾ ਤੁਹਾਡੇ ਨਾਲ ਕਦੇ ਕੁਝ ਹੋ ਜਾਵੇ, ਤੁਹਾਨੂੰ ਸ਼ਬਦ ਨਹੀਂ ਯਾਦ ਆ ਰਿਹਾ, ਜਗ੍ਹਾ ਛੱਡ ਕੇ ਅੱਗੇ ਵਧੋ। ਠੀਕ ਹੈ, ਕਿਉਂਕਿ ਜੇ ਤੁਸੀਂ ਯਾਦ ਕਰਨ ਦੇ ਵਿੱਚ ਸਮਾਂ ਖਰਾਬ ਕੀਤਾ, ਤੁਹਾਡਾ ਸਾਰਾ ਦਾ ਸਾਰਾ ਧਿਆਨ ਉਹ ਇੱਕ ਸ਼ਬਦ ਨੂੰ ਲੱਭਣ 'ਚ ਲੱਗ ਜਾਏਗਾ। ਜਦਕਿ ਜੋ ਬਾਕੀ ਤੁਹਾਨੂੰ ਸ਼ਾਇਦ ਉੱਤਰ ਪਤਾ ਹੈ, ਮੁਹਾਵਰਿਆਂ ਦੇ ਵਿੱਚ, ਵਿਰੋਧੀ ਸ਼ਬਦਾਂ ਦੇ ਵਿੱਚ, ਤੁਸੀਂ ਉਹਨਾਂ ਨੂੰ ਭੁੱਲ ਜਾਓ। ਠੀਕ ਹੈ, ਕਦੇ ਵੀ ਕੋਈ ਸ਼ਬਦ ਨਹੀਂ ਪਤਾ, ਚਾਹੇ ਟ੍ਰਾਂਸਲੇਸ਼ਨ ਹੋਵੇ, ਅਨੁਵਾਦ ਹੋਵੇ, ਤੁਹਾਡੀ ਸੰਖੇਪ ਰਚਨਾ ਹੋਵੇ, ਯਾਦ ਨਹੀਂ ਆ ਰਿਹਾ, ਕੋਈ ਚਿੰਤਾ ਨਹੀਂ ਹੈ, ਖਾਲੀ ਥਾਂ ਛੱਡੋ, ਥੋੜੀ ਜਿਹੀ ਅੱਗੇ ਵੱਧ ਜਾਓ। ਠੀਕ ਹੈ, ਮੈਂ ਤੇ ਖਾਲੀ ਥਾਂ ਛੱਡ ਕੇ ਅੱਗੇ ਵੱਧ ਸਕਦਾ ਸੀ। ਠੀਕ ਹੈ, ਉਹਨਾਂ ਦੀ ਅੱਖਾਂ ਇਸ ਦੀ ਸੁੰਦਰਤਾ ਨੂੰ ਵੇਖ ਕੇ ਚਮਕ ਨਾਲ ਭਰ ਗਈਆਂ। ਕੁਦਰਤ ਦੇ ਕਾਦਰ ਦਾ ਜਲਵਾ ਲੈ ਲੈਂਦਾ ਇੱਕ ਸਜਦਾ। ਉਹਨਾਂ ਨੂੰ ਕੁਦਰਤ ਦੇ ਇਸ ਬਿਹਤਰੀਨ ਰੂਪ ਨੂੰ ਦੇਖ ਕੇ ਕੁਦਰਤੀ ਕਾਦਰ ਦਾ ਜਲਵਾ ਲੈ, ਉਹਨਾਂ ਨੂੰ ਕੁਦਰਤ ਦੇ ਇਸ ਬਿਹਤਰੀਨ ਰੂਪ ਨੂੰ ਦੇਖ ਕੇ ਸਜਦਾ ਕਰਨ ਦਾ ਵਿਚਾਰ ਪੈਦਾ ਹੋਇਆ। ਠੀਕ ਹੈ, ਹੋ ਸਕਦਾ ਹੈ ਤੁਸੀਂ ਮੇਰੀ ਇਸ ਸਤਰ ਦੇ ਨਾਲ ਸਹਿਮਤ ਨਾ ਹੋਵੋ, ਪਰ ਵਿਆਖਿਆ ਹੈ। ਠੀਕ ਹੈ, ਤੁਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਹੋ ਐਮਬੀਡੀ ਨੂੰ ਦੇਖ ਕੇ ਕਿ ਉਹਨਾਂ ਨੇ ਜਦੋਂ ਉਸ ਚਸ਼ਮੇ ਦੇ ਸਾਹਮਣੇ ਸਜਦਾ ਕੀਤਾ, ਭਾਈ ਜੀ ਨੂੰ ਅਜਿਹਾ ਪ੍ਰਤੀਤ ਹੋਇਆ, ਅਜਿਹਾ ਜਾਪਿਆ ਕਿ ਉਹਨਾਂ ਨੇ ਕੁਦਰਤ ਦੇ ਕਾਦਰ ਮਤਲਬ ਪਰਮਾਤਮਾ ਦੇ ਜਲਵੇ ਨੂੰ ਹੀ ਸਜਦਾ ਕੀਤਾ ਹੋਵੇ। ਠੀਕ ਹੈ, ਤਾਂ ਲਿਖਣ ਦਾ ਤਰੀਕਾ ਹੈ, ਤੁਸੀਂ ਕਿਵੇਂ ਵੀ ਲਿਖ ਸਕਦੇ ਹੋ, ਪਰ ਤੁਹਾਡਾ ਜੋ ਮੁੱਖ ਉਦੇਸ਼ ਹੈ, ਗੋਲ ਹੈ, ਟੀਚਾ ਹੈ, ਉਹ ਹੈ ਜੋ ਤੁਹਾਡੇ ਕੀਵਰਡਸ ਹਨ। ਠੀਕ ਹੈ, ਮੁੱਖ ਸ਼ਬਦ, ਉਹ ਤੁਸੀਂ ਜ਼ਰੂਰ ਲਿਖੋ ਆਪਣੀ ਵਿਆਖਿਆ ਦੇ ਵਿੱਚ। ਮੈਂ ਹੁਣ ਤੁਹਾਨੂੰ ਦੱਸ ਵੀ ਰਿਹਾ, ਚਮਕ ਨਾਲ ਅੱਖਾਂ। ਠੀਕ ਹੈ, ਪਹਿਲੀ ਵਾਰ, ਵੈਰੀ ਨਾਲ। ਠੀਕ ਹੈ, ਤਾਂ ਇਹ ਸਾਰੇ ਉਹ ਸ਼ਬਦ ਹਨ ਜੋ ਮੈਂ ਸਿਰਫ ਤੇ ਸਿਰਫ ਇਹਨਾਂ ਕਾਵਿ ਸਤਰਾਂ ਦੇ ਵਿੱਚੋਂ ਦੇਖ ਕੇ ਵਿਆਖਿਆ ਦੇ ਵਿੱਚ ਲਿਖ ਰਿਹਾ ਹਾਂ। ਇਸ ਤਰ੍ਹਾਂ ਲਿਖਣਾ ਵਧੀਆ ਮੰਨਿਆ ਜਾਂਦਾ ਹੈ। ਤੁਸੀਂ ਜੋ ਕਾਵਿ ਟੋਟਾ ਹੈ ਉਸ ਦੇ ਨੇੜੇ ਤੇੜੇ ਹੀ ਰਹਿੰਦੇ ਹੋ। ਨਹੀਂ, ਕੁਝ ਵਿਦਿਆਰਥੀ ਵਿਆਖਿਆ ਕਰਦੇ ਕਰਦੇ ਕਾਵਿ ਟੋਟੇ ਤੋਂ ਦੂਰ ਚਲੇ ਜਾਂਦੇ ਹਨ। ਜਦ ਅਧਿਆਪਕ ਨੇ ਉਹ ਪੜ੍ਹਿਆ, ਉਸਦਾ ਇੰਟਰਸਟ ਜੋ ਉਸਦਾ ਉਸਦੇ ਵਿੱਚ ਰੁਚੀ ਹੈ ਉਹ ਖਤਮ ਹੋ ਜਾਂਦੀ ਹੈ ਨਾਲ ਦੀ ਨਾਲ। ਠੀਕ ਹੈ, ਤਾਂ ਕੋਸ਼ਿਸ਼ ਕਰਿਆ ਕਰੋ ਹਰ ਸਤਰ ਦੇ ਵਿੱਚ ਸਵਾਲ ਦੇ ਵਿੱਚੋਂ ਕੁਝ ਨਾ ਕੁਝ ਸ਼ਬਦ ਲਏ ਜਾਣ। ਠੀਕ ਹੈ, ਤਾਂ ਵਿਚਾਰ ਪੈਦਾ ਹੋਇਆ। ਪਹਿਲੀਆਂ ਦੋ ਸਤਰਾਂ ਦੀ ਮੈਂ ਵਿਆਖਿਆ ਕਰ ਦਿੱਤੀ ਹੈ, ਇਸ ਨੂੰ ਮਿਟਾ ਰਿਹਾ। ਤੁਸੀਂ ਵੀਡੀਓ ਰੋਕ ਕੇ ਲਿਖ ਸਕਦੇ ਹੋ, ਜੇ ਨਾਲ ਨਾਲ ਲਿਖ ਰਹੇ ਸੀ ਤਾਂ ਬਹੁਤ ਵਧੀਆ ਗੱਲ ਹੈ ਜੀ। ਅੱਗੇ ਹੈ ਜੀ, ਰੰਗ ਫਿਰੋਜ਼ੀ ਝਲਕ ਬਲੋਰੀ ਡਲਕ ਮੋਤੀਆਂ ਵਾਲੀ। ਠੀਕ ਹੈ, ਇਸ ਦੇ ਰੂਪ ਨੂੰ ਸ਼ਬਦਾਂ ਵਿੱਚ ਬਿਆਨ ਕਰਦੇ ਹੋਏ ਕਵੀ ਨੇ ਇਸ ਦਾ ਰੰਗ ਫਿਰੋਜ਼ੀ, ਫੱਫੇ ਦੇ ਪੈਰ 'ਚ ਬਿੰਦੀ ਹੈ, ਕਾਵ ਟੋਟੇ ਦੇ ਵਿੱਚ ਕੋਸ਼ਿਸ਼ ਕਰੋ ਤੁਸੀਂ ਵੀ ਲਿਖੋ। ਕਿਉਂ? ਇੱਕ ਤੁਹਾਨੂੰ ਚੀਜ਼ ਦੱਸਦਾ, ਜੋ ਤਾਂ ਹੈ ਤੁਹਾਡਾ ਮੱਧਕਾਲੀਨ ਕਾਵ। ਠੀਕ ਹੈ, ਮਿਡੀਵਲ ਹਿਸਟਰੀ ਦੇ ਵਿੱਚ ਆਉਂਦਾ ਹੈ। ਜਿਸ ਤਰ੍ਹਾਂ ਗੁਰਬਾਣੀ ਹੈ ਤੁਹਾਡੀ ਮੱਧਕਾਲੀਨ ਕਾਵ ਹੈ,
ਉਸ ਤੋਂ ਬਾਅਦ ਤੁਹਾਡੇ ਸ਼ੇਖ ਫਰੀਦ ਜੀ, ਠੀਕ ਹੈ, ਸ਼ਾਹ ਮੁਹੰਮਦ। ਪਰ ਜੋ ਆਧੁਨਿਕ ਕਾਵਿ ਹੈ ਉਹਨਾਂ ਵਿੱਚ ਸ਼ਬਦਾਂ ਦਾ ਪ੍ਰਯੋਗ ਬਿਲਕੁਲ ਉਸੇ ਤਰ੍ਹਾਂ ਹੋ ਰਿਹਾ ਹੈ ਜਿਸ ਤਰ੍ਹਾਂ ਅੱਜ ਅਸੀਂ ਪੰਜਾਬੀ ਦੇ ਵਿੱਚ ਕਰਦੇ ਹਾਂ। ਪਰ ਹੋ ਸਕਦਾ ਹੈ ਕੁਝ ਗੁੱਝੇ ਸ਼ਬਦ, ਜੋ ਗੁੱਝੇ ਕੀ ਆਖਾਂ ਉਸ ਨੂੰ, ਜੋ ਕੁਝ ਡੂੰਘੇ ਸ਼ਬਦ ਹਨ ਪੰਜਾਬੀ ਦੇ ਜਿਨ੍ਹਾਂ ਦਾ ਅਰਥ ਤੁਹਾਨੂੰ ਨਾ ਪਤਾ ਹੋਵੇ, ਜਿਵੇਂ ਕਿ ਡਲਕ। ਪਰ ਜੋ ਸ਼ਬਦਾਵਲੀ ਆਧੁਨਿਕ ਕਾਵਿ ਦੇ ਵਿੱਚ ਹੈ ਉਹ ਤੁਹਾਨੂੰ ਫਾਇਦੇਮੰਦ ਜ਼ਿਆਦਾ ਰਹੇਗੀ, ਕਿਉਂਕਿ ਗੁਰਮਤਿ ਕਾਵਿ ਦੇ ਵਿੱਚ ਜਿਸ ਤਰ੍ਹਾਂ ਲਿਖਿਆ ਜਾਂਦਾ ਹੈ ਅਜੋਕੀ ਪੰਜਾਬੀ ਵਿੱਚ ਉਸ ਤਰ੍ਹਾਂ ਨਹੀਂ ਲਿਖਿਆ ਜਾਂਦਾ, ਠੀਕ ਹੈ। ਤਾਂ ਇਸ ਚੀਜ਼ ਦਾ ਧਿਆਨ ਰੱਖਣਾ ਹੈ। ਭਾਈ ਵੀਰ ਸਿੰਘ ਜੀ ਆਧੁਨਿਕ ਕਵੀ ਹਨ, ਠੀਕ ਹੈ। ਤੁਸੀਂ ਪ੍ਰਸੰਗ ਦੇ ਵਿੱਚ ਵੀ ਲਿਖ ਸਕਦੇ ਹੋ ਕਿ ਭਾਈ ਵੀਰ ਸਿੰਘ ਜੀ ਆਧੁਨਿਕ ਕਾਵਿ ਦੇ ਉੱਗੇ ਕਵੀ ਹਨ, ਠੀਕ ਹੈ। ਉੱਗੇ ਕਵੀ ਮੀਨਸ ਪ੍ਰੋਮੀਨੈਂਟ ਪੋਇਟ। ਤਾਂ ਕਵੀ ਨੇ, ਇਸ ਦਾ ਰੰਗ ਫਿਰੋਜ਼ੀ, ਕੋਮਾ, ਝਲਕ ਬਲੋਰੀ ਅਤੇ ਇਸ ਦੀ ਚਮਕ, ਠੀਕ ਹੈ। ਡਲਕ ਹੁੰਦੀ ਹੈ ਜੀ ਚਮਕ, ਲਿਖ ਸਕਦੇ ਹੋ, ਅਤੇ ਇਸ ਦੀ ਚਮਕ ਮੋਤੀਆਂ ਵਾਂਗ ਦੱਸੀ ਹੈ, ਠੀਕ ਹੈ। ਮੋਤੀਆਂ ਵਾਂਗ ਦੱਸੀ ਹੈ, ਰੂਹ ਵਿੱਚ ਆ ਜਜ਼ਬ ਹੋਏ, ਜੀ ਵੇਖ ਵੇਖ ਨਹੀਂ ਰਜਦਾ। ਭਾਈ ਜੀ ਕਹਿ ਰਹੇ ਹਨ ਜੋ ਇਸ ਦੀ ਸੁੰਦਰਤਾ ਹੈ, ਖੂਬਸੂਰਤੀ ਹੈ, ਜੋ ਇਸ ਦਾ ਰੂਪ ਹੈ, ਮੈਂ ਹਰ ਸ਼ਬਦ ਲਿਖਣ ਦੀ ਕੋਸ਼ਿਸ਼ ਕੀਤੀ ਹੈ ਉਸ ਦੀ ਖੂਬਸੂਰਤੀ ਲਈ, ਉਹ ਖੁਦ ਹੀ ਤੁਹਾਡੀ ਰੂਹ ਦੇ ਵਿੱਚ ਸਮਾ ਜਾਂਦੀ ਹੈ ਅਤੇ ਤੁਹਾਨੂੰ ਸ਼ਾਂਤੀ ਪ੍ਰਦਾਨ ਕਰਦੀ ਹੈ, ਠੀਕ ਹੈ। ਇਸ ਦਾ ਲਿਖਦਾ ਹਾਂ ਹੁਣ। ਵੈਰੀ ਨਾਗ ਦਾ ਦ੍ਰਿਸ਼ ਭਾਈ ਜੀ ਦੀ ਰੂਹ ਵਿੱਚ ਵਿਦਮਾਨ, ਇਸ ਤਰ੍ਹਾਂ ਦੇ ਸ਼ਬਦ ਲਿਖੋਗੇ ਨਾ ਅਧਿਆਪਕ ਖੁਸ਼ ਹੋ ਜਾਏਗਾ ਕਿ ਹਾਂ ਇਸ ਵਿਦਿਆਰਥੀ ਨੇ ਸਿਰਫ 10ਵੀਂ ਤੱਕ ਹੀ ਪੰਜਾਬੀ ਨਹੀਂ ਪੜ੍ਹੀ, ਇਸ ਨੂੰ ਉਸ ਤੋਂ ਥੋੜਾ ਜ਼ਿਆਦਾ ਪਤਾ ਹੈ, ਠੀਕ ਹੈ। ਵਿਦਮਾਨ, ਵਿਦਮਾਨ ਮੀਨਸ ਬੈਠ ਜਾਣਾ, ਠੀਕ ਹੈ। ਇਸਟੈਬਲਿਸ਼ ਹੋ ਜਾਣਾ ਕਿਸੇ ਥਾਂ ਤੇ, ਵਿਦਮਾਨ ਹੋ ਜਾਣਾ ਮਤਲਬ ਬੈਠ ਜਾਣਾ, ਠੀਕ ਹੈ। ਵੈਰੀ ਨਾਗ ਦਾ ਦ੍ਰਿਸ਼ ਭਾਈ ਜੀ ਦੀ ਰੂਹ ਵਿੱਚ ਵਿਦਮਾਨ ਹੋ ਗਿਆ ਹੈ। ਅਤੇ ਉਹਨਾਂ ਦਾ ਮਨ, ਠੀਕ ਹੈ। ਮਨ ਇਸ ਤਰ੍ਹਾਂ ਹੈ ਤੁਹਾਡਾ ਮਾਈਂਡ, ਪਰ ਜੇ ਮਨ ਇਸ ਤਰ੍ਹਾਂ ਲਿਖੋਗੇ ਇਹ ਹੁੰਦਾ ਹੈ ਐਡਮਿਟ, ਉਹ ਮੰਨ ਗਿਆ, ਹੀ ਐਡਮਿਟਸ, ਠੀਕ ਹੈ। ਤਾਂ ਇਸ ਜੇ ਤੁਸੀਂ ਇੱਥੇ ਟਿੱਪੀ ਦਾ ਗਲਤ ਪ੍ਰਯੋਗ ਕਰੋਗੇ ਤਾਂ ਉਹ 1 ਨੰਬਰ ਕੱਟੇਗਾ, ਕਿਉਂਕਿ ਸਿਰਫ ਮਾਤਰਾ ਗਲਤ ਹੋਵੇ ਅੱਧਾ ਨੰਬਰ, ਤੁਹਾਡਾ ਮਾਤਰਾ ਕਰਕੇ ਸ਼ਬਦ ਹੀ ਗਲਤ ਹੋ ਗਿਆ, ਠੀਕ ਹੈ, ਤਾਂ ਪੂਰਾ 1 ਨੰਬਰ ਕੱਟਦਾ ਹੈ। ਤਾਂ ਵੈਰੀ ਨਾਗ ਦਾ ਦ੍ਰਿਸ਼ ਭਾਈ ਜੀ ਦੀ ਰੂਹ ਵਿੱਚ ਵਿਦਮਾਨ ਹੋ ਗਿਆ ਹੈ ਅਤੇ ਉਹਨਾਂ ਦਾ ਮਨ ਇਸ ਚਸ਼ਮੇ ਨੂੰ ਵੇਖ ਵੇਖ ਕੇ ਤ੍ਰਿਪਤ ਨਹੀਂ ਹੋ ਰਿਹਾ। ਮੈਂ ਤ੍ਰਿਪਤ ਸ਼ਬਦ ਦਾ ਪ੍ਰਯੋਗ ਕੀਤਾ ਹੈ ਰਜਦਾ ਦੇ ਲਈ, ਠੀਕ ਹੈ। ਤੁਸੀਂ ਰਜਦਾ ਵੀ ਲਿਖ ਸਕਦੇ ਹੋ ਕਿ ਉਹਨਾਂ ਦਾ ਮਨ ਇਸ ਦੀ ਖੂਬਸੂਰਤੀ ਨੂੰ ਵੇਖ ਵੇਖ ਕੇ ਰਜਦਾ ਨਹੀਂ ਹੈ, ਠੀਕ ਹੈ। ਇਹ ਤਾਂ ਹੈ ਇਸ ਦਾ ਅੱਧਾ ਹਿੱਸਾ ਜੋ ਅਸੀਂ ਪ੍ਰੀਖਿਆ ਦੇ ਵਿੱਚ 2 ਵਾਰੀ ਦੇਖ ਚੁੱਕੇ ਹਾਂ। ਪੰਜਾਬ ਦੀ ਜੋ ਜੁਡੀਸ਼ਰੀ ਦੀ ਪ੍ਰੀਖਿਆ ਹੈ, ਇਸ ਦਾ ਜੋ ਬਾਕੀ ਅੱਧਾ ਹਿੱਸਾ ਹੈ ਜੀ ਉਹ ਇਹ ਹੈ, ਠੀਕ ਹੈ। ਨਾ ਕੋਈ ਨਾਦ, ਇਸ ਦੀ ਵਿਆਖਿਆ ਮੈਂ ਤੁਹਾਨੂੰ ਬੋਲ ਕੇ ਲਿਖਵਾ ਦਿੰਦਾ, ਉਮੀਦ ਹੈ ਤੁਹਾਨੂੰ ਫਾਇਦਾ ਹੋਵੇਗਾ ਇਸ ਦਾ। ਕਹਿੰਦੇ ਨਾ ਕੋਈ ਨਾਦ ਸਰੋਦ ਸੁਣੀਵੇ, ਫਿਰ ਸੰਗੀਤ ਰਸ ਛਾਇਆ। ਇਸ ਝਰਨੇ ਦੇ ਚਸ਼ਮੇ ਦੇ ਆਲੇ ਦੁਆਲੇ ਕੋਈ ਸਾਜ਼ ਨਹੀਂ ਹੈ, ਮਿਊਜ਼ੀਕਲ ਇੰਸਟਰੂਮੈਂਟ ਨਹੀਂ ਹੈ, ਫਿਰ ਵੀ ਇਸ ਦੀ ਜੋ ਆਵਾਜ਼ ਹੈ ਉਹ ਸੰਗੀਤ ਦੇ ਤਰ੍ਹਾਂ ਪੂਰੇ ਵਾਤਾਵਰਣ ਨੂੰ ਮਹਿਕਾ ਰਹੀ ਹੈ, ਕੀ ਕਰ ਮੰਤਰ ਮੁਗਧ ਕਰ ਰਹੀ ਹੈ, ਤੁਸੀਂ ਲਿਖ ਸਕਦੇ ਹੋ, ਜਾਂ ਫਿਰ ਵਾਤਾਵਰਣ ਨੂੰ ਖੂਬਸੂਰਤ ਬਣਾ ਰਹੀ ਹੈ, ਠੀਕ ਹੈ। ਚੁੱਪ ਚਾਨ ਪਰ ਰੂਪ ਤੇਰੇ ਵਿੱਚ ਕਵਿਤਾ ਰੰਗ
जमाया। कवि जो है वो सारा कुछ देख के शांत है, चुप है, पर उसकी जो कविता है, जो कविता इसਨੂੰ देख के उसके मन ਵਿੱਚ जो शब्द आ रहे ਹਨ, ਉਸਨੇ ਕਵੀ ਨੂੰ ਖੁਸ਼ੀ ਦੇ ਨਾਲ, ਆਨੰਦ ਦੇ ਨਾਲ ਭਰ ਦਿੱਤਾ ਹੈ ਉਸਦੇ ਮਨ ਨੂੰ। ਸਰਦ ਸਰਦ ਪਰ ਛੁਹਿਆ ਤੈਨੂੰ, ਰੂ ਸਰੂਰ ਵਿੱਚ ਆਏ, ਗਹਿਰ ਗੰਭੀਰ ਅਡੋਲ ਸੁਹਾਵੇ, ਤੈ ਕਿਹਾ ਜੋਗ ਕਮਾਇਆ। ਭਾਈ ਜੀ ਇੱਥੇ ਚਸ਼ਮੇ ਨੂੰ ਸਵਾਲ ਕਰ ਰਹੇ ਹਨ ਕਿ ਠੰਡੀਆਂ ਹਵਾਵਾਂ ਚਸ਼ਮੇ ਨੂੰ ਕਹਿ ਰਹੇ ਹਨ ਇੱਕ ਮਨੁੱਖ ਦੀ ਤਰ੍ਹਾਂ ਕਿ ਤੇਰੇ ਆਲੇ ਦੁਆਲੇ ਠੰਡੀਆਂ ਹਵਾਵਾਂ ਵਗਦੀਆਂ ਹਨ, ਤੂੰ ਇੰਨਾ ਸ਼ਾਂਤ ਹੈ, ਇਸ ਦਾ ਕਾਰਨ ਕੀ ਹੈ? ਤੂੰ ਕਿਹੜਾ ਜੋਗ ਕਮਾਇਆ ਹੈ, ਕਿਹੜੀ ਭਗਤੀ ਕੀਤੀ ਹੈ ਜੋ ਪਰਮਾਤਮਾ ਨੇ ਤੈਨੂੰ ਇੰਨਾ ਖੂਬਸੂਰਤ ਬਣਾਇਆ ਤੇ ਤੇਰੇ ਜੋ ਆਲੇ ਦੁਆਲੇ ਦਾ ਮਾਹੌਲ ਹੈ, ਜੋ ਵਾਤਾਵਰਣ ਹੈ ਉਹ ਇੰਨਾ ਖੂਬਸੂਰਤ ਹੈ। ਠੀਕ ਹੈ, ਜੇ ਇਹ ਹਿੱਸਾ ਹੁੰਦਾ ਹੈ, ਇਹ ਵੀ ਤੁਹਾਡਾ 11ਵੀਂ ਦੀ ਇਲੈਕਟਿਵ ਦੀ ਜੋ ਕਿਤਾਬ ਹੈ 11ਵੀਂ ਜਮਾਤ ਦੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ, ਉਸ ਦੇ ਵਿੱਚ ਇਸ ਦਾ ਬਾਕੀ ਅੱਧਾ ਹਿੱਸਾ ਹੈ। 12ਵੀਂ ਜਮਾਤ ਦੇ ਵਿੱਚ ਤੁਹਾਨੂੰ ਇਹ ਕਾਵ ਟੋਟਾ ਦੇਖਣ ਨੂੰ ਮਿਲੇਗਾ ਜੀ। ਠੀਕ ਹੈ, ਅਰਸ਼ਾਂ ਦੇ ਵਿੱਚ ਕੁਦਰਤ ਦੇਵੀ ਸਾਨੂੰ ਨਜ਼ਰ ਆਈ, ਇਹ ਵੀ ਜਦੋਂ ਕਸ਼ਮੀਰ ਗਏ ਫਿਰ ਉਹਨਾਂ ਨੇ ਇਹ ਇਸ ਕਵਿਤਾ ਦੀ ਰਚਨਾ ਕੀਤੀ ਸੀ। ਇਹ 12ਵੀਂ ਜਮਾਤ ਦੇ ਵਿੱਚ ਤੁਹਾਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਿਤਾਬ ਦੇ ਵਿੱਚ ਮਿਲ ਜਾਏਗੀ। ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ, ਇਸ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ, ਤੁਹਾਡੇ ਪਾਸ ਵਧੀਆ ਕੰਟੈਂਟ ਵੀ ਤਿਆਰ ਹੋ ਜਾਏਗਾ। ਉਮੀਦ ਹੈ ਤੁਹਾਨੂੰ ਸਮਝ ਆਇਆ ਵਿਆਖਿਆ ਕਿਸ ਤਰ੍ਹਾਂ ਕਰਨੀ ਹੈ, ਅਤੇ ਜੇਕਰ ਤੁਹਾਨੂੰ ਵਿਆਖਿਆ ਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਤਾਂ ਕੋਸ਼ਿਸ਼ ਕਰੋ ਉਸਦੇ ਜੋ ਮੁੱਖ ਸ਼ਬਦ ਹਨ ਉਹਨਾਂ ਨੂੰ ਲੈ ਕੇ ਇੱਕ ਵਧੀਆ ਵਿਆਖਿਆ ਤਿਆਰ ਕੀਤੀ ਜਾਵੇ ਤਾਂ ਕਿ ਉਹ ਕਾਵ ਟੋਟੇ ਦੇ ਆਲੇ ਦੁਆਲੇ ਰਹੇ। ਠੀਕ ਹੈ, ਜ਼ਰੂਰੀ ਨਹੀਂ ਹੈ ਹਮੇਸ਼ਾ ਤੁਹਾਨੂੰ ਕਵੀ ਅਤੇ ਕਵਿਤਾ ਦਾ ਨਾਮ ਪਤਾ ਹੋਵੇਗਾ। ਤਾਂ ਉਮੀਦ ਕਰਦਾ ਤੁਹਾਨੂੰ ਅੱਜ ਦੀ ਵੀਡੀਓ ਦਾ ਫਾਇਦਾ, ਭਰਪੂਰ ਲਾਭ ਮਿਲੇਗਾ ਜੀ। ਸ਼ਿਵ ਪੰਜਾਬੀ ਜਮਾਤ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।